ਸਤਿ ਸ਼੍ਰੀ ਅਕਾਲ ਫਰੈਂਡਸ। ਟਾਰਗੇਟ 100 ਸਟੱਡੀ ਗਰੁੱਪ ਦੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਪੋਲਿਟੀ ਦੇ ਅਗਲੇ ਲੈਕਚਰ ਸੋਰਸਿਸ ਆਫ ਕਨਸਟੀਟਿਊਸ਼ਨ ਨੂੰ ਡਿਸਕਸ ਕਰਨ ਜਾ ਰਹੇ ਹਾਂ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ ਉਹ ਕਿਹੜੇ-ਕਿਹੜੇ ਸੋਰਸਿਸ ਤੋਂ ਅਡਾਪਟ ਕੀਤਾ ਗਿਆ ਉਹਦੇ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ। ਤੁਹਾਡੀ ਅਗਰ ਕੋਈ ਕੁਐਰੀ ਹੈ ਤਾਂ ਤੁਸੀਂ ਸਕਰੀਨ ਤੇ ਦਿੱਤੇ ਮੋਬਾਈਲ ਨੰਬਰ ਤੇ ਆਪਣਾ ਮੈਸੇਜ ਜਾਂ ਕਾਲ ਕਰ ਸਕਦੇ ਹੋ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਜ਼ਰੂਰ ਭੁੱਲਣਾ ਕਿਉਂਕਿ ਅਸੀਂ ਅੱਗੇ ਹੋਰ ਵੀ ਵੀਡੀਓਜ਼ ਜਨਰਲ ਸਟੱਡੀਜ਼ ਦੀਆਂ ਲੈ ਕੇ ਆ ਰਹੇ ਹਾਂ। ਤਾਂ ਦੋਸਤੋ ਪਹਿਲਾਂ ਅੱਗੇ ਜਾਣ ਤੋਂ ਪਹਿਲਾਂ ਅਸੀਂ ਡਿਸਕਸ ਕਰ ਲੈਂਦੇ ਹਾਂ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਹ ਕਿੱਦਾਂ ਫਾਰਮ ਹੋਇਆ ਸੀ। ਤਾਂ ਅਸੀਂ ਬਰੀਫ 'ਚ ਦੇਖ ਲੈਂਦੇ ਹਾਂ। ਕਨਸਟੀਟਿਊਸ਼ਨ ਨੂੰ ਬਣਾਉਣ ਦੇ ਲਈ ਬੇਸਿਕਲੀ ਇੱਕ ਕਨਸਟੀਟਿਊਐਂਟ ਅਸੈਂਬਲੀ ਚਾਹੀਦੀ ਸੀ। ਤਾਂ ਉਹ ਕਨਸਟੀਟਿਊਐਂਟ ਅਸੈਂਬਲੀ ਸਾਡੀ ਇੰਡੀਪੈਂਡੈਂਸ ਤੋਂ ਪਹਿਲਾਂ ਹੀ ਫਾਰਮ ਹੋਈ। ਠੀਕ ਹੈ, ਇਹ 6 ਦਸੰਬਰ 1946 ਨੂੰ ਫਾਰਮ ਹੋਈ ਤੇ ਇਹਦੀ ਜਿਹੜੀ ਪਹਿਲੀ ਮੀਟਿੰਗ ਹੈ ਉਹ ਹੋਈ ਸੀ 9 ਦਸੰਬਰ 1946 ਨੂੰ। ਜਿਹਦੇ ਜਿਹੜੇ ਪਹਿਲੇ ਇਹਦੇ ਪ੍ਰੈਜ਼ੀਡੈਂਟ ਨੇ ਉਹ ਐਕਚੁਅਲੀ ਸਚਿਦਾਨੰਦ ਸਿਨਹਾ ਬਣੇ ਸੀ। ਉਹ ਟੈਂਪਰੇਰੀ ਪ੍ਰੈਜ਼ੀਡੈਂਟ ਸੀ ਬਟ ਐਕਚੁਅਲ ਜਿਹੜੇ ਫਸਟ ਪ੍ਰੈਜ਼ੀਡੈਂਟ ਮੰਨੇ ਜਾਂਦੇ ਨੇ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ, ਜਿਹੜੇ ਬਾਅਦ 'ਚ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਬਣੇ 1950 ਦੇ ਵਿੱਚ। ਵੇਰੀਅਸ ਕਮੇਟੀਜ਼ ਹੈਜ਼ ਬੀਨ ਫਾਰਮਡ, ਕਾਫੀ ਕਮੇਟੀ ਸੀ ਉਹ ਫਾਰਮ ਕੀਤੀਆਂ ਗਈਆਂ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਕਨਸਟੀਟਿਊਸ਼ਨ ਬਣਾਉਣ ਦੇ ਲਈ। ਤਾਂ ਇਹਦੇ ਵਿੱਚੋਂ ਜਿਹੜੀ ਮੇਜਰ ਕਮੇਟੀ ਸੀ ਉਹ ਸੀ ਡਰਾਫਟਿੰਗ ਕਮੇਟੀ। ਉਹਦੇ ਚੇਅਰਮੈਨ ਸੀ ਡਾਕਟਰ BR ਅੰਬੇਦਕਰ। ਤਾਂ ਇਹ ਕਮੇਟੀ ਨੇ ਮੇਨ ਡਰਾਫਟ ਕਰਨਾ ਸੀ ਕਨਸਟੀਟਿਊਸ਼ਨ ਨੂੰ। ਤਾਂ ਅਲੱਗ-ਅਲੱਗ ਪ੍ਰੋਵੀਜ਼ਨਸ ਡਿਸਕਸ਼ਨ ਕੀਤੀਆਂ ਗਈਆਂ ਕਿਉਂਕਿ ਜਿਹੜਾ ਇੰਡੀਆ ਉਹ ਬੜਾ ਡਾਈਵਰਸ ਕੰਟਰੀ ਹੈ। ਸ਼ੁਰੂ ਤੋਂ ਇੰਡੀਆ ਬੜਾ ਡਾਈਵਰਸ ਰਿਹਾ, ਜੋਗ੍ਰਾਫੀਕਲ ਵੀ, ਸੋਸ਼ਲੀ ਵੀ। ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਭਾਸ਼ਾਵਾਂ ਦੇ ਲੋਕ ਰਹਿ ਰਹੇ ਨੇ। ਤਾਂ ਉਹਦੇ ਲਈ ਜ਼ਰੂਰਤ ਸੀ ਕਿ ਇਸ ਤਰ੍ਹਾਂ ਦੇ ਕਨਸਟੀਟਿਊਸ਼ਨ ਦੀ ਕਿ ਜਿਹੜਾ ਸਾਰਿਆਂ ਦੇ ਲਈ ਹੋਵੇ। ਤਾਂ ਇਸ ਕਰਕੇ ਕਨਸਟੀਟਿਊਸ਼ਨ ਆਫ ਇੰਡੀਆ ਹੈਜ਼ ਬੀਨ ਅਡਾਪਟਡ ਫਰੋਮ ਵੇਰੀਅਸ ਕਨਸਟੀਟਿਊਸ਼ਨਸ ਆਫ ਅਦਰ ਕੰਟਰੀਜ਼। ਤਾਂ ਅਦਰ ਕੰਟਰੀਜ਼ ਦੇ ਜਿਹੜੇ ਕਨਸਟੀਟਿਊਸ਼ਨਸ ਨੇ ਉਹਨਾਂ ਨੂੰ ਦੇਖਿਆ ਗਿਆ, ਵਾਚਿਆ ਗਿਆ। ਤਾਂ ਉਸ ਤੋਂ ਜਿਹੜੀਆਂ ਪ੍ਰੋਵੀਜ਼ਨਸ ਸਾਡੇ ਲਈ ਸੂਟੇਬਲ ਸੀ ਤਾਂ ਉਹ ਅਡਾਪਟ ਕੀਤੀਆਂ ਗਈਆਂ। ਵੇਰੀਅਸ ਡਿਬੇਟਸ ਐਂਡ ਡਿਸਕਸ਼ਨਸ ਹੋਈਆਂ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਦੇ ਵਿੱਚ। ਜਿਹੜੇ ਕਨਸਟੀਟਿਊਸ਼ਨ ਦੀਆਂ ਪ੍ਰੋਵੀਜ਼ਨਸ ਸੀਗੀਆਂ ਉਹਦੇ 'ਤੇ ਬਹੁਤ ਡਿਸਕਸ਼ਨ ਚੱਲੀਆਂ ਲੰਮਾ ਟਾਈਮ। 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸਾਡਾ ਸੰਵਿਧਾਨ ਬਣਨ ਲਈ। ਤਾਂ ਐਟ ਲਾਸਟ 26 ਨਵੰਬਰ 1949 ਨੂੰ 299 ਮੈਂਬਰਸ ਦੇ ਵਿੱਚੋਂ ਉਸ ਦਿਨ ਪ੍ਰੈਜ਼ੈਂਟ ਸੀ 284 ਮੈਂਬਰਸ ਕਨਸਟੀਟਿਊਐਂਟ ਅਸੈਂਬਲੀ 'ਚ। ਉਹਨਾਂ ਨੇ ਸਾਈਨ ਕੀਤਾ ਤੇ ਫਾਈਨਲੀ 26 ਨਵੰਬਰ 1949 ਨੂੰ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਹ ਇਨੈਕਟ ਹੋ ਗਿਆ। ਬਟ ਅਨਫੋਰਸ ਹੋਇਆ ਇਹ 26 ਜਨਵਰੀ 1950 ਨੂੰ। ਤਾਂ ਅਸੀਂ ਹੁਣ ਅੱਗੇ ਡਿਸਕਸ ਕਰ ਲੈਂਦੇ ਹਾਂ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਕਿਹੜੇ-ਕਿਹੜੇ ਸੋਰਸਿਸ ਤੋਂ ਲਿਆ ਗਿਆ। ਸਭ ਤੋਂ ਪਹਿਲਾਂ ਆ ਜਾਂਦਾ ਜੀ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਨੂੰ ਬੇਸਿਕਲੀ ਬਲੂ ਪ੍ਰਿੰਟ ਆਫ ਕਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਹੜਾ ਸਾਡਾ ਮੇਜਰ ਪੋਰਸ਼ਨ ਹੈ ਕਨਸਟੀਟਿਊਸ਼ਨ ਦਾ ਉਹ ਗਵਰਨਮੈਂਟ ਆਫ ਇੰਡੀਆ ਐਕਟ ਜੋ ਆਇਆ ਸੀ 1935 'ਚ, ਬ੍ਰਿਟਿਸ਼ ਲੈ ਕੇ ਆਏ ਸੀ, ਉਹਦੇ ਤੋਂ ਲਿਆ ਗਿਆ। ਸੌਰੀ। ਤਾਂ ਸਭ ਤੋਂ ਪਹਿਲਾਂ ਜਿਹੜਾ ਮੇਨ ਸੀਗਾ ਫੈਡਰਲ ਸਕੀਮ, ਜਿਹੜਾ ਸਾਡਾ ਫੈਡਰਲ ਸਟਰਕਚਰ ਹੈ। ਫੈਡਰਲ ਸਟਰਕਚਰ ਕੀ ਹੁੰਦਾ ਜੀ? ਸੈਂਟਰ ਐਂਡ ਸਟੇਟਸ। ਠੀਕ ਹੈ, ਵੀ ਉੱਪਰ ਸੈਂਟਰ ਹੋਏਗਾ, ਨੀਚੇ ਉਹਦੇ 'ਚ ਜਿਵੇਂ ਪਹਿਲਾਂ ਪ੍ਰੋਵਿੰਸਿਸ ਹੁੰਦੀਆਂ ਸੀ ਜਦੋਂ ਬ੍ਰਿਟਿਸ਼ ਦੇ ਟਾਈਮ 'ਤੇ, ਤਾਂ ਹੁਣ ਕੀ ਨੇ? ਸਟੇਟ ਹੈ। ਸੈਂਟਰ ਐਂਡ ਸਟੇਟਸ ਦਾ ਜਿਹੜਾ ਸਟਰਕਚਰ ਹੈ ਉਹਨੂੰ ਫੈਡਰੇਸ਼ਨ ਜਾਂ ਫੈਡਰਲ ਸਟਰਕਚਰ ਕਿਹਾ ਜਾਂਦਾ। ਠੀਕ ਹੈ ਜੀ। ਨੈਕਸਟ ਸੀਗਾ ਜੀ ਆਫਿਸ ਆਫ ਗਵਰਨਰ। ਜਿਹੜਾ ਸਟੇਟ ਦੇ ਵਿੱਚ ਗਵਰਨਰ ਜਿਹੜੇ ਅਪਾਇੰਟ ਹੁੰਦੇ ਨੇ ਉਹ ਆਫਿਸ ਆਫ ਗਵਰਨਰ ਜਿਹੜਾ ਸੀ ਉਹ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਸੀ। ਨੈਕਸਟ ਸੀ ਜੀ ਜੁਡੀਸ਼ਰੀ। ਜੁਡੀਸ਼ਰੀ ਜੋ ਸਾਡੀ ਜਿਹੜੀ ਜੁਡੀਸ਼ਰੀ ਦਾ ਆਈਡੀਆ ਸੀ ਉਹ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਲਿਆ ਸੀਗਾ। ਸਾਡੇ ਜਿਹੜੇ ਨਿਆਂਪਾਲਕ ਹੈ ਉਹ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ। ਨੈਕਸਟ ਆ ਗਿਆ ਜੀ ਪਬਲਿਕ ਸਰਵਿਸ ਕਮਿਸ਼ਨਸ। ਪਬਲਿਕ ਸਰਵਿਸ ਕਮਿਸ਼ਨ ਬੇਸਿਕਲੀ ਕੀ ਹੈ? ਆਰਟੀਕਲ 312 ਅਪਾਇੰਟਮੈਂਟ ਆਫ ਦਾ ਸਿਵਲ ਸਰਵੈਂਟਸ। ਅਪਾਇੰਟਮੈਂਟ ਐਂਡ ਰਿਕਰੂਟਮੈਂਟ ਦੀ ਆਪਾਂ ਗੱਲ ਕਰੀਏ, ਜਿਹੜੇ ਸਿਵਲ ਸਰਵੈਂਟਸ ਨੇ ਸਾਡੇ IAS ਨੇ, ICS ਨੇ, IAS ਨੇ, IPS, ਉਹਨਾਂ ਦੀ ਜਿਹੜੀ ਸਿਲੈਕਸ਼ਨ ਆ ਪਬਲਿਕ ਸਰਵਿਸ ਕਮਿਸ਼ਨਸ ਦੇ ਰਾਹੀਂ ਹੁੰਦੀ ਹੈ। ਤਾਂ ਉਹ ਆਰਟੀਕਲ 312 ਤੋਂ ਲੈ ਕੇ ਅੱਗੇ ਤੱਕ ਹੈ। ਅੱਗੇ ਅਸੀਂ ਇਹਦੇ ਬਾਰੇ ਸੈਪਰੇਟ ਵੀਡੀਓਜ਼, ਸਾਰੀਆਂ ਟਰਮਸ ਦੇ ਬਾਰੇ ਨਾ ਸੈਪਰੇਟ ਵੀਡੀਓਜ਼ ਆਉਣੀਆਂ ਨੇ, ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਪਬਲਿਕ ਸਰਵਿਸ ਕਮਿਸ਼ਨਸ ਵੀ ਅਸੀਂ ਇਸੇ ਐਕਟ ਤੋਂ ਲਿਆ। ਨੈਕਸਟ ਜੀ ਐਮਰਜੈਂਸੀ ਪ੍ਰੋਵੀਜ਼ਨਸ। ਐਮਰਜੈਂਸੀ ਜਿਹੜੀਆਂ ਪ੍ਰੋਵੀਜ਼ਨਸ ਨੇ, ਸਾਡੇ 3 ਤਰ੍ਹਾਂ ਦੀ ਐਮਰਜੈਂਸੀ ਹੈ ਦੇਸ਼ ਦੇ ਵਿੱਚ ਜੋ ਲਗਾਈ ਜਾ ਸਕਦੀ ਹੈ ਕਨਸਟੀਟਿਊਸ਼ਨ ਦੇ ਅਕੋਰਡਿੰਗ। ਫਸਟ ਹੈ ਜੀ ਆਰਟੀਕਲ 352 ਦੇ ਅਕੋਰਡਿੰਗ ਹੈ ਜੀ ਨੈਸ਼ਨਲ ਐਮਰਜੈਂਸੀ।
ਸੈਕੰਡ ਹੁੰਦੀ ਹੈ ਸਟੇਟ ਐਮਰਜੈਂਸੀ, ਜਿਹਨੂੰ ਅਸੀਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਹਾਂ। ਉਹ ਆਰਟੀਕਲ 356 ਰਾਹੀਂ ਇਨੈਕਟ ਹੁੰਦੀ ਹੈ। ਤੇ ਫਾਈਨੈਂਸ਼ੀਅਲ ਐਮਰਜੈਂਸੀ ਹੈ ਜੀ, ਉਹ ਆਰਟੀਕਲ 360 ਰਾਹੀਂ ਆ। ਹਾਲਾਂਕਿ ਅਜੇ ਤੱਕ ਕਦੇ ਫਾਈਨੈਂਸ਼ੀਅਲ ਐਮਰਜੈਂਸੀ ਦੀ ਸਾਡੇ ਦੇਸ਼ 'ਚ ਨੌਬਤ ਨਹੀਂ ਆਈ ਹੈ। ਤਾਂ ਐਮਰਜੈਂਸੀ ਪ੍ਰੋਵੀਜ਼ਨਸ ਵੀ ਅਸੀਂ ਇਸੇ ਐਕਟ ਤੋਂ ਲਈਆਂ ਸੀਗੀਆਂ। ਨੈਕਸਟ ਜੋ ਸਾਡੇ ਐਡਮਿਨਿਸਟ੍ਰੇਟਿਵ ਫੰਕਸ਼ਨਸ ਨੇ, ਜੋ ਸਾਡੀ ਅੱਜ ਦੀ ਐਡਮਿਨਿਸਟ੍ਰੇਸ਼ਨ ਹੈ, ਜਿਸ ਤਰ੍ਹਾਂ ਡੀਸੀ, ਐਸਡੀਐਮ, ਜੋ ਉਸ ਟਾਈਮ ਤੇ ਹਾਲਾਂਕਿ ਨਾਮ ਚੇਂਜ ਹੁੰਦੇ ਸੀ, ਬਟ ਉਹ ਐਡਮਿਨਿਸਟ੍ਰੇਟਿਵ ਫੰਕਸ਼ਨਸ ਵੀ ਅਸੀਂ ਉਸ ਤਰ੍ਹਾਂ ਦੇ ਹੀ ਅਡਾਪਟ ਕਰੇ ਨੇ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਅੱਗੇ ਚੱਲਦੇ ਹਾਂ ਜੀ। ਅੱਗੇ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਕੀ ਲਿਆ। ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਅਸੀਂ ਪਾਰਲੀਮੈਂਟਰੀ ਗਵਰਨਮੈਂਟ ਲਈ ਹੈ। ਹੁਣ ਜਿਹੜੀ ਗਵਰਨਮੈਂਟ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰੈਜ਼ੀਡੈਂਟ ਐਂਡ ਪਾਰਲੀਮੈਂਟਰੀ। ਜਿਹੜੀ ਪ੍ਰੈਜ਼ੀਡੈਂਸ਼ਰੀ ਹੈ, ਲਾਈਕ US ਦੇ ਵਿੱਚ ਹੈ, ਉੱਥੇ ਪ੍ਰੈਜ਼ੀਡੈਂਟ ਕੋਲੇ ਫੁੱਲ ਪਾਵਰਸ ਨੇ। ਸਾਡੇ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਕੋਲੇ ਫੁੱਲ ਪਾਵਰਸ ਨੇ। ਤਾਂ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਪਾਰਲੀਮੈਂਟਰੀ ਫਾਰਮ ਦੇ ਵਿੱਚ ਹੈ। ਤੇ UK ਦੀ ਜਿਹੜੀ ਗਵਰਨਮੈਂਟ ਹੈ ਬ੍ਰਿਟੇਨ ਦੀ, ਉਹ ਵੀ ਪਾਰਲੀਮੈਂਟਰੀ ਫਾਰਮ ਦੇ ਵਿੱਚ ਹੈ। ਤਾਂ ਅਸੀਂ ਇਹ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਲਈ ਹੈ। ਸੈਕੰਡ, ਰੂਲ ਆਫ ਲਾਅ ਦਾ ਜਿਹੜਾ ਰੂਲ ਆਫ ਲਾਅ ਹੈ ਉਹ ਵੀ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਲਿਆ। ਲੈਜਿਸਲੇਟਿਵ ਪ੍ਰੋਸੀਜਰ, ਸਾਡੀ ਜਿਹੜੀ ਲੈਜਿਸਲੇਚਰ ਦੇ ਵਿੱਚ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਕਿ ਕਿਸ ਤਰ੍ਹਾਂ ਮੂਵਮੈਂਟਸ ਹੁੰਦੀਆਂ ਨੇ, ਕਿਸ ਤਰ੍ਹਾਂ ਪ੍ਰੋਸੀਜਰ ਅਡਾਪਟ ਹੁੰਦਾ ਹੈ, ਨੋਟਿੰਗ ਦਾ ਜੋ ਵੀ ਹੈ, ਉਹ ਸਾਰਾ ਅਸੀਂ ਪ੍ਰੋਸੀਜਰ ਵੀ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਲਿਆ। ਸਿੰਗਲ ਸਿਟੀਜ਼ਨਸ਼ਿਪ ਆ ਜਿਹੜੀ ਬੇਸਿਕਲੀ ਉਹ ਦੋ ਤਰ੍ਹਾਂ ਦੀ ਹੈ, ਡਿਊਲ ਸਿਟੀਜ਼ਨਸ਼ਿਪ ਐਂਡ ਸਿੰਗਲ ਸਿਟੀਜ਼ਨਸ਼ਿਪ। ਹੁਣ ਜਿਵੇਂ US ਹੈ, ਉੱਥੇ ਡਿਊਲ ਸਿਟੀਜ਼ਨਸ਼ਿਪ ਹੈ। ਉੱਥੇ ਤੁਹਾਨੂੰ ਸੈਂਟਰ ਦੇ ਲਈ ਅਲੱਗ ਸਿਟੀਜ਼ਨਸ਼ਿਪ ਲੈਣੀ ਪਏਗੀ ਤੇ ਸਟੇਟਸ ਲਈ ਅਲੱਗ ਲੈਣੀ ਪਏਗੀ। ਬਟ ਇੰਡੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਇੰਡੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਜੇ ਕੋਈ ਬੰਦਾ ਪੰਜਾਬ 'ਚ ਰਹਿ ਰਿਹਾ, ਉਹਨੂੰ ਪੰਜਾਬ ਦੀ ਅਲੱਗ ਤੋਂ ਸਿਟੀਜ਼ਨਸ਼ਿਪ ਲੈਣੀ ਪਏਗੀ ਤੇ ਇੰਡੀਆ ਦੀ ਅਲੱਗ ਤੋਂ ਲਗਾਉਣੀ ਪਏਗੀ। ਇੰਡੀਆ ਦੇ ਵਿੱਚ ਸਿਰਫ ਸਿੰਗਲ ਸਿਟੀਜ਼ਨਸ਼ਿਪ ਹੈ, ਦੈਟ ਇਜ਼ ਇੰਡੀਅਨ ਸਿਟੀਜ਼ਨ। ਜੋ ਵੀ ਹੈ ਉਹ ਇੰਡੀਅਨ ਸਿਟੀਜ਼ਨ ਹੋਏਗਾ, ਜਿਹੜਾ ਇੱਥੋਂ ਦਾ ਜੋ ਨਾਗਰਿਕ ਹੋਏਗਾ। ਠੀਕ ਹੈ, ਤਾਂ ਅਸੀਂ ਇਹ ਵੀ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਅਡਾਪਟ ਕੀਤਾ। ਨੈਕਸਟ ਸਾਡਾ ਕੈਬਨਿਟ ਸਿਸਟਮ ਹੈ। ਜੋ ਸਾਡੇ ਕੈਬਨਿਟ ਮਿਨਿਸਟਰਸ ਹੁੰਦੇ ਆ, ਉਹਨਾਂ ਦੀ ਰੇਸ਼ੋ ਕੀ ਰਹੇਗੀ, ਉਹਨਾਂ ਦਾ ਜੋ ਵੀ ਕਿਸ ਤਰ੍ਹਾਂ ਦਾ ਦਾਇਰਾ ਰਹੇਗਾ, ਸਿਸਟਮ ਰਹੇਗਾ, ਉਹ ਵੀ ਅਸੀਂ ਬ੍ਰਿਟਿਸ਼ ਦੇ ਕੌਂਸਟੀਟਿਊਸ਼ਨ ਤੋਂ ਲਿਆ। ਪ੍ਰੈਰੋਗੇਟਿਵ ਰਿਟਸ, ਸਾਡੇ 5 ਤਰ੍ਹਾਂ ਦੀਆਂ ਰਿਟਸ ਹੁੰਦੀਆਂ ਨੇ। ਅਸੀਂ ਫੰਡਾਮੈਂਟਲ ਰਾਈਟਸ ਦੇ ਵਿੱਚ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਤਾਂ ਉਹ ਰਿਟਸ ਐਕਚੁਅਲੀ ਫੰਡਾਮੈਂਟਲ ਰਾਈਟਸ ਨੂੰ ਇਨਫੋਰਸੇਬਲ ਬਣਾਉਣ ਦੇ ਲਈ ਨੇ, ਵੀ ਕੋਰਟ ਦੇ ਵਿੱਚ ਕੋਈ ਬੰਦਾ ਜਾ ਸਕਦਾ। ਅਸੀਂ ਆਮ ਹੀ ਸੁਣਦੇ ਹਾਂ ਵੀ ਇਸ ਚੀਜ਼ ਦੇ ਲਈ ਰਿਟ ਲਗਾ ਦਿੱਤੀ ਹੈ। ਤਾਂ ਉਹ ਰਿਟ ਬੇਸਿਕਲੀ ਕਿਸੇ ਦਾ ਜੋ ਫੰਡਾਮੈਂਟਲ ਰਾਈਟ ਦਾ ਹਨਨ ਹੁੰਦਾ ਤਾਂ ਉਹ ਰਿਟ ਕਰ ਸਕਦਾ। ਉਹ ਪ੍ਰੈਰੋਗੇਟਿਵ ਰਿਟਸ ਨੇ, ਉਹ ਵੀ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਹੀ ਅਡਾਪਟ ਕੀਤੀਆਂ ਨੇ। ਨੈਕਸਟ, ਪਾਰਲੀਮੈਂਟਰੀ ਪ੍ਰਿਵਿਲੇਜਸ ਹੁੰਦੇ ਨੇ ਜੀ, ਵਿਸ਼ੇਸ਼ ਅਧਿਕਾਰ। ਤਾਂ ਪਾਰਲੀਮੈਂਟਰੀ ਪ੍ਰਿਵਿਲੇਜਸ, ਜੋ ਬੰਦੇ ਸਾਡੇ ਚੁਣ ਕੇ ਜਾਂਦੇ ਨੇ, ਮਤਲਬ ਜੋ ਸਾਡੇ MPs MLAs ਜੋ ਸਾਡੇ ਚੁਣ ਕੇ ਸਾਡੇ ਨੁਮਾਇੰਦੇ ਜਾਂਦੇ ਨੇ ਉੱਪਰ, ਤਾਂ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਕੁਛ ਨਾ ਕੁਛ ਦਿੱਤੇ ਜਾਂਦੇ ਨੇ। ਤਾਂ ਉਹ ਜਿਹੜੇ ਪ੍ਰਿਵਿਲੇਜਸ ਨੇ ਉਹ ਵੀ ਅਸੀਂ ਇਸੇ ਕੌਂਸਟੀਟਿਊਸ਼ਨ ਤੋਂ ਅਡਾਪਟ ਕੀਤੇ ਨੇ। ਨੈਕਸਟ ਹੈ ਜੀ ਬਾਈਕੈਮਰਲਿਜ਼ਮ। ਜਿਸ ਤਰ੍ਹਾਂ ਅਸੀਂ ਡਿਸਕਸ ਕਰਿਆ ਸੀਗਾ ਹਿਸਟੋਰੀਕਲ ਬੈਕਗਰਾਊਂਡ ਦੇ ਵਿੱਚ ਵੀ ਬਾਈਕੈਮਰਲਿਜ਼ਮ ਬਾਰੇ। ਤਾਂ ਬਾਈਕੈਮਰਲਿਜ਼ਮ ਬੇਸਿਕਲੀ ਦੋ ਪਾਰਟਸ ਨੇ। ਜਿਸ ਤਰ੍ਹਾਂ ਸਾਡੇ ਅਪਰ ਹਾਊਸ, ਲੋਅਰ ਹਾਊਸ। ਅਪਰ ਹਾਊਸ ਹੈ ਰਾਜ ਸਭਾ, ਲੋਅਰ ਹਾਊਸ ਹੈ ਲੋਕ ਸਭਾ। ਇਸੇ ਤਰ੍ਹਾਂ ਜਿਹੜੇ ਉੱਥੋਂ ਦੀ ਪਾਰਲੀਮੈਂਟ ਹੈ ਬ੍ਰਿਟਿਸ਼ ਦੀ, ਉਹ ਵੀ ਬਾਈਕੈਮਰਲ ਹੈ। ਤੇ ਇੰਡੀਅਨ ਜਿਹੜੀ ਸੰਸਦ ਹੈ ਉਹ ਵੀ ਬਾਈਕੈਮਰਲ ਹੈ। ਇਹ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਅਡਾਪਟ ਕੀਤਾ ਆਈਡੀਆ। ਨੈਕਸਟ, ਅਸੀਂ US ਦੇ ਕੌਂਸਟੀਟਿਊਸ਼ਨ ਤੋਂ ਵੀ ਕਾਫੀ ਕੁਛ ਲਿਆ। ਫਸਟ ਥਿੰਗ ਇਜ਼ ਫੰਡਾਮੈਂਟਲ ਰਾਈਟਸ। ਜਿਹੜੀਆਂ ਫੰਡਾਮੈਂਟਲ ਸਾਡੇ ਰਾਈਟਸ ਨੇ, ਪ੍ਰੇਮਬਲ ਬੇਸਿਕਲੀ ਇੱਥੇ ਇੱਕ ਚੀਜ਼ ਰਹੇਗੀ। ਜਿਹੜਾ ਆਬਜੈਕਟਿਵ ਰੈਜੂਲੇਸ਼ਨ ਹੈ ਉਹ ਵੀ ਅਸੀਂ ਉੱਥੋਂ ਲਿਆ। ਆਬਜੈਕਟਿਵ ਰੈਜੂਲੇਸ਼ਨ ਦੇ ਵਿੱਚ ਹੀ ਕਾਫੀ ਫੰਡਾਮੈਂਟਲ ਰਾਈਟਸ ਆ ਜਾਂਦੇ ਨੇ। ਉਹ ਫੰਡਾਮੈਂਟਲ ਰਾਈਟਸ ਸਾਡੇ ਓਰੀਜਨਲੀ 7 ਫੰਡਾਮੈਂਟਲ ਰਾਈਟਸ ਸੀ, ਬਟ ਲੇਟਰ ਔਨ ਇੱਕ ਰਿਪੀਲ ਕਰ ਦਿੱਤਾ ਗਿਆ ਸੀ, ਰਾਈਟ ਟੂ ਪ੍ਰੋਪਰਟੀ। ਨਾਓ ਕਰੰਟਲੀ ਦੇਅਰ ਆਰ 6 ਫੰਡਾਮੈਂਟਲ ਰਾਈਟਸ। ਠੀਕ ਹੈ, ਉਹ ਫੰਡਾਮੈਂਟਲ ਰਾਈਟਸ ਵੀ ਅਸੀਂ US ਕੌਂਸਟੀਟਿਊਸ਼ਨ ਤੋਂ ਲੈਣੇ। ਆਰਟੀਕਲ 12 ਤੋਂ ਆਰਟੀਕਲ 35 ਤੱਕ ਨੇ ਇਹ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ। ਨੈਕਸਟ, ਇੰਡੀਪੈਂਡੈਂਸ ਆਫ ਜੁਡੀਸ਼ਰੀ। ਜਿਹੜੀ ਜੁਡੀਸ਼ਰੀ ਹੈ ਸਾਡੀ ਕਿਸੇ 'ਤੇ ਡਿਪੈਂਡੈਂਟ ਨਹੀਂ ਹੋਏਗੀ, ਇਹ ਇੰਡੀਪੈਂਡੈਂਟ ਹੋਏਗੀ। ਇਹ ਵੀ ਅਸੀਂ ਇੰਡੀਪੈਂਡੈਂਸ US ਤੋਂ ਲਈ ਹੈ। ਨੈਕਸਟ, ਜੁਡੀਸ਼ੀਅਲ ਰਿਵਿਊ। ਜੁਡੀਸ਼ੀਅਲ ਰਿਵਿਊ ਦਾ ਕੀ ਮਤਲਬ ਹੁੰਦਾ ਜੀ? ਜਿਹੜੀ ਜੁਡੀਸ਼ਰੀ ਹੈ ਉਹ ਦੇਖਦੀ ਰਹਿੰਦੀ ਹੈ ਵੀ ਜਿਹੜੀ ਸਾਡੇ ਨੀਚੇ ਲੋਕਪਾਲਕ ਹੈ, ਜਿਵੇਂ ਲਾਈਕ ਲੈਜਿਸਲੇਚਰ ਹੈ, ਪਲੱਸ ਐਡਮਿਨਿਸਟ੍ਰੇਸ਼ਨ ਹੈ, ਪ੍ਰਸ਼ਾਸਨ ਹੈ। ਤਾਂ ਲੈਜਿਸਲੇਟਿਵ ਨੇ ਜਿਹੜੇ ਉਹ ਕੌਂਸਟੀਟਿਊਸ਼ਨ ਬਣਾ ਰਹੇ ਨੇ, ਜਿਹੜੇ ਲਾਜ਼ ਬਣਾ ਰਹੇ ਨੇ, ਕਿ ਉਹ ਕੌਂਸਟੀਟਿਊਸ਼ਨ ਦੇ ਹਿੱਤ 'ਚ ਨੇ, ਉਹ ਕੌਂਸਟੀਟਿਊਸ਼ਨਲ ਨੇ। ਤਾਂ ਉਸ ਚੀਜ਼ ਨੂੰ ਕਿਹਾ ਜਾਂਦਾ ਜੁਡੀਸ਼ੀਅਲ ਰਿਵਿਊ। ਠੀਕ ਹੈ, ਤਾਂ ਇਹ ਵੀ ਅਸੀਂ US ਤੋਂ ਲਿਆ। ਨੈਕਸਟ, ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ ਨੂੰ ਕਿਸ ਤਰ੍ਹਾਂ ਇੰਪੀਚ ਕੀਤਾ ਜਾ ਸਕਦਾ? ਪ੍ਰੈਜ਼ੀਡੈਂਟ ਇਲੈਕਟ ਹੁੰਦਾ, ਠੀਕ ਹੈ, MLAs MPs ਉਹਨੂੰ ਇੰਟਰੈਕਟ ਇਲੈਕਸ਼ਨ ਦੇ ਨਾਲ ਇਲੈਕਟ ਕਰਦੇ ਆ, ਬਟ ਉਹਨੂੰ ਇੰਪੀਚ ਕਿਸ ਤਰ੍ਹਾਂ ਕੀਤਾ ਜਾ ਸਕਦਾ, ਉਹਦਾ ਕੀ ਪ੍ਰੋਸੀਜਰ ਹੈ, ਉਹ ਵੀ ਅਸੀਂ US ਤੋਂ ਲਿਆ। ਨੈਕਸਟ ਜੀ, ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜਿਸ।
ਇਸੇ ਤਰ੍ਹਾਂ ਅਸੀਂ ਜਿਹੜੇ ਸੁਪਰੀਮ ਕੋਰਟ ਐਂਡ ਹਾਈ ਕੋਰਟ ਦੇ ਜੱਜਸ ਅਗਰ ਉਹ ਕਿਸ ਬੇਸ ਤੇ ਹਟਾਏ ਜਾ ਸਕਦੇ ਨੇ ਉਹ ਵੀ ਅਸੀਂ ਯੂਐਸ ਤੋਂ ਲਿਆ। ਪੋਸਟ ਆਫ ਦਾ ਵਾਈਸ ਪ੍ਰੈਜ਼ੀਡੈਂਟ, ਸਾਡੇ ਪ੍ਰੈਜ਼ੀਡੈਂਟ ਦੀ ਪੋਸਟ ਹੈ, ਉਸ ਤੋਂ ਨੀਚੇ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਵੀ ਹੈ, ਤਾਂ ਅਸੀਂ ਉਹ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਹੈ ਉਹ ਵੀ ਅਸੀਂ ਅਨੈਕਟ ਕੀਤੀ ਹੈ, ਅਡਾਪਟ ਕੀਤੀ ਹੈ ਯੂਐਸ ਦੇ ਕੌਂਸਟੀਟਿਊਸ਼ਨ ਤੋਂ। ਠੀਕ ਹੈ ਜੀ। ਨੈਕਸਟ ਆਇਰਲੈਂਡ ਦੇ ਕੌਂਸਟੀਟਿਊਸ਼ਨ, ਆਇਰਿਸ਼ ਕੌਂਸਟੀਟਿਊਸ਼ਨ ਤੋਂ ਅਸੀਂ DPSP ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਫॉर ਦਾ ਵੈਲਫੇਅਰ ਆਫ ਦਾ ਸਟੇਟ, ਸਟੇਟ ਦੀ ਭਲਾਈ ਦੇ ਲਈ ਸਾਨੂੰ ਕੀ ਲੋੜਾਂ ਚਾਹੀਦੀਆਂ ਨੇ, ਲਾਈਕ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਸਾਡੇ ਆਰਟੀਕਲ 36 ਤੋਂ ਲੈ ਕੇ 51 ਤੱਕ ਚੱਲਦੇ ਨੇ। ਇਹਦੇ ਵਿੱਚ ਬੇਸਿਕਲ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਗਈ ਹੈ, ਲੋਕਾਂ ਦੀ ਭਲਾਈ ਦੀ ਗੱਲ ਕੀਤੀ ਗਈ ਹੈ, ਉਹਨਾਂ ਲਈ ਇੱਕ ਯੂਨੀਫਾਰਮ ਇਨਕਮ ਦੀ ਗੱਲ ਕੀਤੀ ਗਈ ਹੈ, ਇੰਡਸਟਰੀਅਲ ਲੇਬਰਰਸ ਦੀ ਗੱਲ ਕੀਤੀ ਗਈ ਹੈ, ਵਿਮਨ ਦੀ ਗੱਲ ਕੀਤੀ ਗਈ ਹੈ, ਪੀਸ ਦੀ ਗੱਲ ਕੀਤੀ ਗਈ ਹੈ, ਕਾਟਨ ਇੰਡਸਟਰੀ ਦੀ ਗੱਲ ਕੀਤੀ ਗਈ ਹੈ, ਪੰਚਾਇਤ ਦੀ ਗੱਲ ਕੀਤੀ ਗਈ ਹੈ। ਤਾਂ ਜਿਹੜੀਆਂ ਉਹ ਲੋਕਾਂ ਦੇ ਹਿੱਤ ਦੀ, ਲੋਕਾਂ ਦੇ ਭਲਾਈ ਲਈ ਫॉर ਦਾ ਵੈਲਫੇਅਰ ਆਫ ਦਾ ਸਟੇਟ ਦੀ ਗੱਲ ਕੀਤੀ ਗਈ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੀ। ਠੀਕ ਹੈ। ਤਾਂ ਜੋ ਵੀ ਸਾਡੀਆਂ ਸੋਸ਼ਲ ਸਿਕਿਉਰਿਟੀ ਸਕੀਮਸ ਮੋਸਟਲੀ ਚੱਲਦੀਆਂ ਨੇ ਤਾਂ ਉਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅਧੀਨ ਹੀ ਆਉਂਦੀਆਂ ਨੇ, ਇਹਦੇ ਥਰੂ ਹੀ ਚੱਲਦੀਆਂ ਨੇ। ਠੀਕ ਹੈ। ਤਾਂ ਇਹ ਅਸੀਂ ਆਇਰਿਸ਼ ਕੌਂਸਟੀਟਿਊਸ਼ਨ ਤੋਂ ਲਿਆ। ਨੈਕਸਟ ਹੈ ਜੀ ਨੋਮੀਨੇਸ਼ਨ ਆਫ ਮੈਂਬਰ ਟੂ ਰਾਜ ਸਭਾ। ਹੁਣ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਇੱਕ ਰਾਈਟ ਹੁੰਦਾ 12 ਮੈਂਬਰਸ ਨੂੰ ਨੋਮੀਨੇਟ ਕਰਨ ਦਾ, +2 ਐਂਗਲੋ ਇੰਡੀਅਨਸ ਨੂੰ ਐਕਸਟਰਾ ਕਰਨ ਦਾ। ਠੀਕ ਆ। ਉਹ 12 ਜੋ ਮੈਂਬਰਸ ਨੂੰ ਨੋਮੀਨੇਟ ਕਰਨ ਦੀ ਜਿਹੜੀ ਉਹ ਪ੍ਰੋਸੀਜਰ ਹੈ ਉਹ ਵੀ ਅਸੀਂ ਆਇਰਿਸ਼ ਤੋਂ ਲਿਆ, ਆਇਰਿਸ਼ ਕੌਂਸਟੀਟਿਊਸ਼ਨ ਤੋਂ ਲਿਆ। ਠੀਕ ਹੈ ਜੀ। ਨੈਕਸਟ ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਜਿਸ ਤਰ੍ਹਾਂ PM ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਇਲੈਕਟ ਹੁੰਦੇ ਨੇ, ਉਹ ਡਾਇਰੈਕਟ ਇਲੈਕਸ਼ਨਸ ਨਾਲ ਹੁੰਦੇ ਨੇ, ਸਾਰੇ ਦੇਸ਼ 'ਚ ਵੋਟਾਂ ਪੈਂਦੀਆਂ ਨੇ। ਠੀਕ ਹੈ। MPs ਚੁਣਦੇ ਨੇ, ਫਿਰ ਅੱਗੇ PM ਚੁਣਿਆ ਜਾਂਦਾ। ਠੀਕ ਹੈ। ਬਟ ਪ੍ਰੈਜ਼ੀਡੈਂਟ ਦਾ ਇੱਦਾਂ ਨਹੀਂ ਹੈ, ਪ੍ਰੈਜ਼ੀਡੈਂਟ ਨੂੰ MLAs ਐਂਡ MPs ਜੋ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਦੇ ਉਹੀ ਚੁਣਦੇ ਨੇ। ਠੀਕ ਹੈ। ਉਹ ਇੱਕ ਇੰਡਾਇਰੈਕਟ ਇਲੈਕਸ਼ਨ ਹੈ। ਤਾਂ ਉਹ ਮੈਥਡ ਕੀ ਹੈ, ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਕੀ ਹੋਊਗਾ ਉਸ ਟਾਈਮ ਜੋ ਸੋਚਿਆ ਗਿਆ ਸੀ, ਤਾਂ ਉਹ ਆਇਰਿਸ਼ ਕੌਂਸਟੀਟਿਊਸ਼ਨ ਤੋਂ ਅਡਾਪਟ ਕੀਤਾ ਗਿਆ ਸੀ। ਨੈਕਸਟ ਕੈਨੇਡੀਅਨ ਕੌਂਸਟੀਟਿਊਸ਼ਨ ਤੋਂ ਅਸੀਂ ਕੀ ਲਿਆ, ਫੈਡਰੇਸ਼ਨ ਵਿਦ ਏ ਸਟਰੋਂਗ ਸੈਂਟਰ। ਫੈਡਰੇਸ਼ਨ ਹੋਊਗੀ ਵਿਦ ਏ ਸਟਰੋਂਗ ਸੈਂਟਰ, ਬਟ ਜਿਹੜਾ ਸੈਂਟਰ ਹੈ ਆਪਾਂ ਪਹਿਲਾਂ ਗੱਲ ਕੀਤੀ ਹੈ ਫੈਡਰਲ ਸਟਰਕਚਰ ਦੀ, ਉਹ ਅਸੀਂ ਲਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ ਤੋਂ। ਬਟ ਇਹਦੇ 'ਚ ਗੱਲ ਕੀਤੀ ਜਿਹੜੀ ਫੈਡਰੇਸ਼ਨ ਹੋਊਗੀ, ਫੈਡਰਲ ਸਟਰਕਚਰ ਹੋਊਗਾ, ਬਟ ਉਹ 'ਚ ਸੈਂਟਰ ਸਟਰੋਂਗ ਹੋਊਗਾ ਵਿਦ ਏ ਸਟਰੋਂਗ ਸੈਂਟਰ। ਜਿਹੜੀਆਂ ਸੈਂਟਰ ਆ ਉਹਦੇ ਕੋਲ ਪਾਵਰਸ ਜ਼ਿਆਦਾ ਹੋਣਗੀਆਂ ਸਟੇਟ ਦੇ ਕੰਪੈਰੇਟਿਵਲੀ। ਠੀਕ ਹੈ। ਇਹ ਅਸੀਂ ਲਿਆ ਕੈਨੇਡਾ ਦੇ ਕੌਂਸਟੀਟਿਊਸ਼ਨ ਤੋਂ। ਨੈਕਸਟ ਵੈਸਟਿੰਗ ਆਫ ਰੈਜ਼ੀਡਿਊਰੀ ਪਾਵਰਸ ਇਨ ਦਾ ਸੈਂਟਰ। ਰੈਜ਼ੀਡਿਊਰੀ ਪਾਵਰ ਹੁੰਦਾ ਜੀ ਬਚੀਆਂ ਖੁਚੀਆਂ, ਜਿਵੇਂ ਲਾਸਟ ਤੇ ਕੀ ਹੈ, ਕੁਝ ਪਾਵਰਸ ਅਸੀਂ ਡਿਵਾਈਡ ਕਰ ਦਿੰਦੇ ਹਾਂ ਸੈਂਟਰ ਦੀਆਂ ਸਟੇਟ ਦੀਆਂ, ਜਿਹੜੀਆਂ ਲਾਸਟ ਤੇ ਬਚ ਜਾਂਦੀਆਂ ਨੇ। ਠੀਕ ਹੈ। ਰੈਜ਼ੀਡਿਊਰੀ ਪਾਵਰਸ ਉਹ ਕਿਹਦੇ 'ਚ ਵੈਸਟ ਹੋਣਗੀਆਂ, ਉਹਨਾਂ ਨੂੰ ਕੌਣ ਦੇਖੇਗਾ, ਉਹ ਸੈਂਟਰ ਦੇਖੇਗਾ। ਠੀਕ ਹੈ ਜੀ। ਨੈਕਸਟ ਅਪੁਆਇੰਟਮੈਂਟ ਆਫ ਸਟੇਟ ਗਵਰਨਰ ਬਾਏ ਦਾ ਸੈਂਟਰ। ਜਿਹੜੇ ਗਵਰਨਰ ਦਾ ਆਫਿਸ ਸੀ, ਠੀਕ ਹੈ, ਉਹ ਅਸੀਂ ਪਹਿਲਾਂ ਲੈ ਲਿਆ ਸੀਗਾ, ਬਟ ਜਿਹੜਾ ਅਪੁਆਇੰਟਮੈਂਟ ਆ ਉਹਦੀ ਕਿਸ ਤਰ੍ਹਾਂ ਹੋਏਗੀ, ਠੀਕ ਹੈ, ਉਹ ਕਰੂਗਾ ਸੈਂਟਰ। ਅਪੁਆਇੰਟਮੈਂਟ ਆਫ ਦਾ ਸਟੇਟ ਗਵਰਨਰਸ ਬਾਏ ਦਾ ਸੈਂਟਰ। ਇਹ ਅਸੀਂ ਲਿਆ ਜੀ ਕੈਨੇਡਾ ਦੇ ਕੌਂਸਟੀਟਿਊਸ਼ਨ। ਨੈਕਸਟ ਹੈ ਜੀ ਐਡਵਾਈਜ਼ਰੀ ਜੂਰਿਸਡਿਕਸ਼ਨ ਆਫ ਦਾ ਸੁਪਰੀਮ ਕੋਰਟ। ਹੁਣ ਸੁਪਰੀਮ ਕੋਰਟ ਹੈ ਕੀ ਹੈ ਜੀ, ਜੇ ਪ੍ਰੈਜ਼ੀਡੈਂਟ ਆਪਦੀ ਐਡਵਾਈਸ ਮੰਗਦਾ ਤਾਂ ਪ੍ਰੈਜ਼ੀਡੈਂਟ ਨੂੰ ਕਿਸੇ ਨਾ ਕਿਸੇ ਮੁੱਦੇ 'ਤੇ ਐਡਵਾਈਸ ਦੇ ਸਕਦੀ ਹੈ ਆਰਟੀਕਲ 143 ਰਾਹੀਂ। ਠੀਕ ਹੈ। ਤਾਂ ਉਹ ਇਸ ਜਿਹੜੀ ਐਡਵਾਈਜ਼ਰੀ ਜੂਰਿਸਡਿਕਸ਼ਨ ਹੈ ਵੀ ਕੈਨੇਡੀਅਨ ਕੌਂਸਟੀਟਿਊਸ਼ਨ ਤੋਂ ਲਈ ਗਈ ਹੈ। ਅਦਰ ਹੋਰ ਕਿਹੜੇ ਸੋਰਸਿਸ ਤੋਂ ਕੀ ਲਿਆ ਗਿਆ, ਆਸਟ੍ਰੇਲੀਆ ਦੇ ਕੌਂਸਟੀਟਿਊਸ਼ਨ ਤੋਂ ਕੌਨਕਰੈਂਟ ਲਿਸਟਸ ਲਈਆਂ ਗਈਆਂ ਨੇ। ਹੁਣ ਕੌਨਕਰੈਂਟ ਲਿਸਟ 3 ਤਰ੍ਹਾਂ ਦੀਆਂ ਲਿਸਟ ਹੁੰਦੀਆਂ ਨੇ, ਯੂਨੀਅਨ ਲਿਸਟ ਜਿਹੜਾ ਸੈਂਟਰ ਦੇਖਦਾ, ਸਟੇਟ ਲਿਸਟ ਜਿਹੜੀ ਸਟੇਟ, ਜਿਵੇਂ ਯੂਨੀਅਨ ਲਿਸਟ 'ਚ ਕੀ ਆਉਂਦਾ, ਡਿਫੈਂਸ ਆ ਗਈ, ਉਹ ਸੈਂਟਰ ਹੀ ਦੇਖੇਗਾ। ਠੀਕ ਹੈ। ਕਮਿਊਨੀਕੇਸ਼ਨ ਆ ਗਿਆ, ਠੀਕ ਹੈ, ਉਹ ਸੈਂਟਰ ਦੇਖੇਗਾ। ਐਕਸਟਰਨਲ ਅਫੇਅਰ ਹੈ ਉਹ ਵੀ ਯੂਨੀਅਨ ਲਿਸਟ 'ਚ ਆ ਗਿਆ, ਉਹ ਸੈਂਟਰ ਦੇਖੇਗਾ। ਸਟੇਟ 'ਚ ਕੀ ਆ ਗਿਆ, ਲਾਈਕ ਐਗਰੀਕਲਚਰ ਆ ਗਈ, ਠੀਕ ਹੈ, ਇਰੀਗੇਸ਼ਨ ਆ ਗਈ, ਉਹ ਕੀ ਹੈ, ਉਹ ਸਟੇਟ ਦੇਖਦਾ। ਹੁਣ ਕੌਨਕਰੈਂਟ ਲਿਸਟ ਕੀ ਹੈ, ਜਿਹੜੇ ਦੋਨਾਂ ਨੇ ਦੇਖਣੀਆਂ ਨੇ, ਲਾਈਕ ਐਜੂਕੇਸ਼ਨ ਹੈ, ਐਜੂਕੇਸ਼ਨ ਦੀ ਪਾਲਿਸੀ ਤਾਂ ਉੱਪਰੋਂ ਬਣਦੀ ਹੈ ਨਾ, ਨੈਸ਼ਨਲ ਐਜੂਕੇਸ਼ਨ ਪਾਲਿਸੀ, ਬਟ ਇੰਪਲੀਮੈਂਟ ਐਟ ਲਾਸਟ ਉਹਨੂੰ ਸਟੇਟ ਕਰਦਾ। ਇਸੇ ਤਰ੍ਹਾਂ ਫੋਰੈਸਟ ਲਾ ਲਓ, ਠੀਕ ਹੈ, ਫੋਰੈਸਟ ਸਟੇਟ 'ਚ ਨੇ ਬਟ ਉਹ ਕੌਨਕਰੈਂਟ ਲਿਸਟ 'ਚ ਆ ਜਾਂਦੇ, ਉਹ ਦੋਨਾਂ ਦੇ ਮਿਲ ਵੰਡ ਕੇ ਕੰਮ ਚੱਲਦਾ। ਠੀਕ ਹੈ। ਤਾਂ ਕੌਨਕਰੈਂਟ ਲਿਸਟ ਅਸੀਂ ਆਸਟ੍ਰੇਲੀਆ ਤੋਂ ਲਈਆਂ ਨੇ। ਫਰੀਡਮ ਆਫ ਟਰੇਡ, ਠੀਕ ਹੈ, ਟਰੇਡ ਦੀ ਫਰੀਡਮ, ਇਹ ਵੀ ਇੱਥੋਂ ਲਈ ਹੈ। ਕਾਮਰਸ ਦਾ ਆਈਡੀਆ ਵੀ ਇੱਥੋਂ ਲਿਆ। ਨੈਕਸਟ ਹੈ ਜੁਆਇੰਟ ਸਿਟਿੰਗ ਆਫ 2 ਹਾਊਸਿਸ ਆਫ ਦਾ ਪਾਰਲੀਮੈਂਟ। ਹੁਣ ਕਈ ਵਾਰ ਕੀ ਹੁੰਦਾ ਹੈ, ਲੋਕ ਸਭਾ ਤੋਂ ਕੋਈ ਬਿੱਲ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਜਾ ਕੇ ਫਸ ਜਾਂਦਾ ਹੈ, ਰਾਜ ਸਭਾ ਦੇ ਵਿੱਚ ਪਾਸ ਨਹੀਂ ਹੋ ਰਿਹਾ, ਤਾਂ ਉੱਥੇ ਡੈਡਲੌਕ ਹੋ ਜਾਂਦਾ ਹੈ। ਠੀਕ ਹੈ। ਤਾਂ ਕਿ ਪ੍ਰੈਜ਼ੀਡੈਂਟ 108 ਆਰਟੀਕਲ ਨਾਲ ਜੁਆਇੰਟ ਸਿਟਿੰਗ ਇੱਕ ਕਾਲ ਕਰ ਸਕਦਾ। ਠੀਕ ਹੈ। ਤਾਂ ਉਸ ਚੀਜ਼ ਨੂੰ ਜੁਆਇੰਟ ਸਿਟਿੰਗ ਹੈ ਜਿਹੜੀ, ਮਤਲਬ ਦੋਨੋਂ ਰਾਜ ਸਭਾ ਐਂਡ ਲੋਕ ਸਭਾ ਦੇ ਮੈਂਬਰਸ ਬੈਠਦੇ ਨੇ ਆਪਸ 'ਚ। ਠੀਕ ਹੈ। ਤਾਂ ਉਹ ਜੁਆਇੰਟ ਸਿਟਿੰਗ ਦਾ ਜਿਹੜਾ ਆਈਡੀਆ ਉਹ ਵੀ ਅਸੀਂ ਆਸਟ੍ਰੇਲੀਆ ਤੋਂ ਅਡਾਪਟ ਕੀਤਾ। ਨੈਕਸਟ ਜੀ ਵੀਮਰ ਕੌਂਸਟੀਟਿਊਸ਼ਨ ਆਫ ਜਰਮਨੀ। ਜਰਮਨੀ ਤੋਂ ਅਸੀਂ
ਕੀ ਲਿਆ ਜੀ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ। ਸਾਨੂੰ 6 ਫੰਡਾਮੈਂਟਲ ਰਾਈਟ ਦਿੱਤੇ ਗਏ ਨੇ। ਸਾਨੂੰ ਰਾਈਟ ਆਫ ਇਕੁਐਲਿਟੀ ਹੈ, ਰਾਈਟ ਆਫ ਐਕਸਪ੍ਰੈਸ਼ਨ ਹੈ, ਰਾਈਟ ਆਫ ਲਾਈਫ ਐਂਡ ਲਿਬਰਟੀ ਹੈ, ਠੀਕ ਹੈ। ਤਾਂ ਰਾਈਟ ਆਫ ਰਿਲੀਜਨ ਹੈ, ਫਰੀडम ਆਫ ਟੂ ਪ੍ਰੋਫੈਸ ਐਨੀ ਰਿਲੀਜਨ। ਤਾਂ ਉਹ ਸਾਰੇ ਰਾਈਟਸ ਨੇ। ਤਾਂ ਉਹਦੇ 'ਚੋਂ ਕਈ ਜਿਹੜੇ ਰਾਈਟਸ ਨੇ ਉਹ ਸਸਪੈਂਡ ਹੋ ਜਾਂਦੇ ਨੇ। ਸਸਪੈਂਸ਼ਨ ਆਫ ਫੰਡਾਮੈਂਟਲ, ਜਦੋਂ ਐਮਰਜੈਂਸੀ ਲੱਗਦੀ ਹੈ ਨਾ, ਠੀਕ ਹੈ, ਤਾਂ ਉਹ ਰਾਈਟਸ ਨੇ ਜਿਹੜੇ ਉਹ ਸਸਪੈਂਡ ਹੋ ਜਾਂਦੇ ਨੇ। ਤਾਂ ਉਹ ਸਸਪੈਂਸ਼ਨ ਦਾ ਜਿਹੜੀ ਟਰਮ ਹੈ, ਜਿਹੜਾ ਉਹ ਆਈਡੀਆ ਹੈਗਾ, ਉਹ ਵੀ ਅਸੀਂ ਜਰਮਨੀ ਤੋਂ ਅਡੋਪਟ ਕੀਤਾ, ਠੀਕ ਹੈ ਜੀ। ਨੈਕਸਟ ਆ ਗਿਆ ਜੀ ਅਦਰ ਸੋਰਸਿਸ। ਹੋਰ ਕਿੱਥੋਂ ਕੀ ਲਿਆ ਸੀ? ਸੋਵੀਅਤ ਕੌਂਸਟੀਟਿਊਸ਼ਨ। ਸੋਵੀਅਤ ਜਿਹੜਾ ਸੀ ਇਹ ਰਸ਼ੀਆ ਨੂੰ ਪਹਿਲਾਂ ਕਿਹਾ ਜਾਂਦਾ ਸੀ। ਪਹਿਲਾਂ ਸੋਵੀਅਤ ਕਿਹਾ ਜਾਂਦਾ ਸੀ, ਫਿਰ ਇਹਨੂੰ USSR ਕਿਹਾ ਜਾਣ ਲੱਗਿਆ। ਹੁਣ ਅੱਜ ਕੱਲ੍ਹ ਇਹਨੂੰ ਰਸ਼ੀਆ ਕਿਹਾ ਜਾਂਦਾ। ਇਹ ਵੀ ਇੱਕ ਅਲੱਗ ਸਟੋਰੀ ਹੈ, ਠੀਕ ਹੈ। ਇਸ ਅਲੱਗ ਤੋਂ ਵੀਡੀਓ ਬਣਾਵਾਂਗੇ ਵੀ USSR ਰਸ਼ੀਆ ਕਿਵੇਂ ਬਣਿਆ। ਇੱਥੋਂ ਅਸੀਂ ਲਿਆ ਜੀ ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਸਾਡੇ ਓਰੀਜਨਲ ਕੌਂਸਟੀਟਿਊਸ਼ਨ ਦੇ ਵਿੱਚ ਨਹੀਂ ਸੀ। ਓਰੀਜਨਲ ਕੌਂਸਟੀਟਿਊਸ਼ਨ 'ਚ ਫੰਡਾਮੈਂਟਲ ਰਾਈਟਸ ਸੀ ਸਿਰਫ। ਤਾਂ ਇਹ 42nd ਅਮੈਂਡਮੈਂਟ ਹੋਈ ਸੀ, ਜਿਹਨੂੰ ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ 1976 ਦੇ ਵਿੱਚ। ਉਹਦੇ ਰਾਹੀਂ ਇਹ ਐਡ ਕੀਤੀਆਂ ਗਈਆਂ 10 ਫੰਡਾਮੈਂਟਲ ਰਾਈਟਸ ਪਹਿਲਾਂ ਐਡ ਕੀਤੀਆਂ ਗਈਆਂ ਸੀ, ਠੀਕ ਹੈ ਜੀ। ਆਰਟੀਕਲ 51A ਐਡ ਕੀਤਾ ਗਿਆ ਸੀ। ਅਤੇ ਹੁਣ ਕਰੰਟਲੀ 11 ਫੰਡਾਮੈਂਟਲ ਡਿਊਟੀਜ਼ ਨੇ। ਜਿਹੜੀ 11th ਫੰਡਾਮੈਂਟਲ ਡਿਊਟੀ ਹੈ ਉਹ 2002 'ਚ ਐਡ ਕੀਤੀ ਗਈ ਸੀ। ਉਹਦੇ 'ਚ ਕੀ ਹੈ ਵੀ ਹਰ ਜਿਹੜਾ ਪੇਰੈਂਟ ਹੈ ਉਹਦੀ ਜ਼ਿੰਮੇਵਾਰੀ ਆਪਣੇ ਬੱਚੇ ਨੂੰ ਪੜ੍ਹਾਉਣ ਦੀ, ਠੀਕ ਹੈ। ਉਹ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਅਸੀਂ ਰਸ਼ੀਆ ਤੋਂ ਅਡੋਪਟ ਕੀਤੀਆਂ ਨੇ। ਨੈਕਸਟ ਆਈਡੀਅਲ ਆਫ ਜਸਟਿਸ ਇਨ ਪ੍ਰੇਮਬਲ। ਹੁਣ ਪ੍ਰੇਮਬਲ ਦੇ ਵਿੱਚ ਸਾਡੇ ਇੱਕ ਜਸਟਿਸ ਸ਼ਬਦ ਆਉਂਦਾ ਗਾ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ, ਠੀਕ ਹੈ। ਉਹ ਆਈਡੀਅਲ ਵੀ ਅਸੀਂ ਜਸਟਿਸ ਦਾ ਜਿਹੜਾ ਉਹ ਰਸ਼ੀਅਨ ਰੈਵੋਲੂਸ਼ਨ 1917 ਤੋਂ ਲਿਆ ਸੀ, ਰਸ਼ੀਆ ਤੋਂ ਲਿਆ ਸੀ, ਠੀਕ ਹੈ ਜੀ। ਨੈਕਸਟ ਆ ਗਿਆ ਫਰੈਂਚ ਦੇ ਕੌਂਸਟੀਟਿਊਸ਼ਨ ਤੋਂ ਅਸੀਂ ਕੀ ਲਿਆ? ਫਰੈਂਚ ਦੇ ਕੌਂਸਟੀਟਿਊਸ਼ਨ ਤੋਂ ਲਿਆ ਜੀ ਅਸੀਂ ਰਿਪਬਲਿਕ ਬਾਰੇ ਅਸੀਂ ਡਿਸਕਸ ਕੀਤਾ ਸੀ ਡਿਟੇਲ 'ਚ ਪ੍ਰੇਮਬਲ ਦੀ ਵੀਡੀਓ 'ਚ, ਠੀਕ ਹੈ। ਅਸੀਂ ਇਹ ਸ਼ਬਦ ਲਿਆ ਫਰੈਂਚ ਕੌਂਸਟੀਟਿਊਸ਼ਨ ਤੋਂ। ਆਈਡੀਅਲ ਲਿਆ ਜੋ ਰਿਪਬਲਿਕ ਦਾ। ਇਸੇ ਤਰ੍ਹਾਂ ਆਈਡੀਅਲਸ ਆਫ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਇਨ ਦਾ ਪ੍ਰੇਮਬਲ, ਜਿਹੜੇ ਪ੍ਰੇਮਬਲ ਦੇ ਵਿੱਚ ਤਿੰਨੋਂ ਨੇ, ਉਹ ਵੀ ਅਸੀਂ ਫਰੈਂਚ ਕੌਂਸਟੀਟਿਊਸ਼ਨ ਤੋਂ, ਫਰੈਂਚ ਰੈਵੋਲੂਸ਼ਨ ਤੋਂ ਬੇਸਿਕਲੀ 1789 'ਚ ਹੋਇਆ ਸੀ ਇਹ ਅਸੀਂ ਇਹਦੇ ਤੋਂ ਅਡੋਪਟ ਕੀਤੇ ਨੇ। ਉਮੀਦ ਕਰਦਾ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਥੈਂਕਸ ਫॉर ਵਾਚਿੰਗ। ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ।